ने जिहड़ा जात पाती कार्ड खेडदे ने उहनूं सोशल इंजीनियरिंग कहंदे ने और उहदे चों कामयाब होए। ਹੁਣ ਪੰਜਾਬ 'ਚ ਦੇਖਦੇ ਨੇ ਕਿ ਵੀ ਜੇ ਜਿਹੜਾ ਜ਼ਿਮੀਂਦਾਰ ਬਲਾਕ ਹੈ, ਜ਼ਿਮੀਂਦਾਰ ਮੈਂ ਉਹਨੂੰ ਕਹਾਂਗਾ ਜਿਹਦੇ ਕੋਲ 1 ਕਿੱਲਾ ਜ਼ਮੀਨ ਵੀ ਹੈ, ਉਹਨਾਂ ਦੀ ਗਿਣਤੀ ਕੋਈ 30% ਤੋਂ ਜ਼ਿਆਦਾ ਨਹੀਂ ਹੋਏਗੀ, ਉਹ ਜਾਟਾਂ ਵਾਲੀ ਗੱਲ ਹੀ ਹੈ। ਲੇਕਿਨ ਕਿਉਂਕਿ ਉਹ ਡਰਾਈਵਿੰਗ ਫੋਰਸ ਨੇ, ਹਰ ਪੱਖ ਤੋਂ ਅੱਗੇ ਹੁੰਦੇ ਨੇ, ਪੋਲੀਟੀਕਲੀ ਵੀ ਦੂਜੇ ਵੀ, ਇਹਨਾਂ ਨੂੰ ਇਹ ਲੱਗਦਾ ਵੀ ਇਹਨਾਂ ਨੂੰ ਅਸੀਂ ਜਿਹੜਾ ਹੈ ਉਹ ਬੀਜੇਪੀ ਦੇ ਕਾਡਰ ਦੇ ਵਿੱਚ ਇਹਦੇ 'ਚੋਂ ਇੱਕ ਤਬਕੇ ਨੂੰ ਲੈ ਆਈਏ, ਜਿਵੇਂ ਕੇਵਲ ਢਿੱਲੋਂ ਜਾਂ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਜਾਂ ਉਸ ਤੋਂ ਪਹਿਲਾਂ ਹਰਜੀਤ ਗਰੇਵਾਲ ਔਰ ਇਹ ਉਹ ਸਾਰੇ ਉਹਨਾਂ ਨੇ ਲਿਆਂਦੇ। ਉਹਨਾਂ ਨੇ ਕਿਹਾ ਵੀ ਬਾਕੀਆਂ ਦੇ ਵਿੱਚ ਐਸੀ ਡਿਵੀਜ਼ਨ ਪੈਦਾ ਕਰੋ ਜਿਹੜੇ 25-30% ਦਾ ਇੱਕ ਤਬਕਾ ਹੈ। ਹੁਣ ਇਸ ਵੇਲੇ ਕਿੰਨੀਆਂ ਧਿਰਾਂ ਨੇ ਉਹਦੇ, ਔਰ ਬਾਕੀ ਇਹਨਾਂ ਨੂੰ ਲੱਗਦਾ ਹੈ ਕਿ ਵੀ ਦਲਿਤ ਵੋਟਰ 33-34% ਹੈ ਪੰਜਾਬ। ਮੋਦੀ ਆਲ ਦਾ ਵੇ ਆਂਦਾ ਆ ਕੇ ਆਦਮਪੁਰ 에ਅਰਪੋਰਟ ਦਾ ਨਾਂ ਸਤਿਗੁਰੂ ਰਵਿਦਾਸ ਜੀ ਔਰ ਰਾਪੁਰ ਬੱਲਾਂ ਪਹੁੰਚ ਜਾਂਦਾ, ਕਿਉਂਕਿ ਦੁਆਬੇ ਦੇ ਵਿੱਚ ਤਾਂ ਇਹ ਪਾਪੂਲੇਸ਼ਨ 46% ਦੇ ਨੇੜੇ ਹੋਏਗੀ। ਹੁਣ ਹਰਿਆਣੇ ਦਾ ਚੀਫ ਮਿਨਿਸਟਰ ਜਿਹਨੂੰ ਆਲਮੋਸਟ ਐਜ਼ ਏ ਫੇਸ ਇਹ ਯੂਜ਼ ਕਰ ਰਹੇ ਨੇ ਬੈਕਵਰਡ ਕਲਾਸਿਸ ਨੂੰ ਔਰ ਦੂਜਿਆਂ ਨੂੰ, ਉਹ ਉੱਥੇ ਪਹੁੰਚ ਜਾਂਦਾ ਬਿਆਸ, ਗੁਰਿੰਦਰ ਢਿੱਲੋਂ, ਰਾਧਾ ਸਵਾਮੀ, ਉਹਨਾਂ ਦੀਆਂ ਉਧਰੋਂ ਸੌਦਾ ਸਾਹਿਬ ਨੂੰ ਪੈਰੋਲ ਦੇ ਕੇ ਛੱਡ ਦਿੱਤਾ ਜਾਂਦਾ ਹੈ। ਜਿਸ ਅੰਦਾਜ਼ ਦੇ ਵਿੱਚ ਮਹਾਰਾਸ਼ਟਰ ਦਾ ਜਿੱਥੇ ਬੀਜੇਪੀ ਦੀ ਗਵਰਨਮੈਂਟ ਹੈ, ਉਹਨਾਂ ਦਾ ਇੱਕ ਵਜ਼ੀਰ ਜਿਹੜਾ ਉਹ ਚੌਂਕ ਮਹਿਤੇ ਘੱਲੂਘਾਰੇ ਦੇ ਸਮਾਗਮ ਦੇ ਮੌਕੇ ਆਉਂਦਾ ਹੈ, ਉਸ ਦਾ ਸਵਾਗਤ ਨਾਲ ਧਾਮੀ ਖੜਾ ਹੈ, ਨਾਲ ਦੂਸਰੇ ਨੇ। ਤੁਸੀਂ ਕੁਝ ਵੀ ਇਸ ਵੇਲੇ ਰੂਲ ਆਊਟ ਨਹੀਂ ਕਰ ਸਕਦੇ। ਉਹਨਾਂ ਨੇ ਤੁਹਾਡੀਆਂ ਅੰਦਰੂਨੀ ਸਫਾਂ ਦੇ ਵਿੱਚ ਘੁਸਪੈਠ ਕੀਤੀ ਹੋਈ ਹੈ। ਇਹ ਖੇਡ ਉਹਨਾਂ ਨੇ ਗੁੰਡਾਗਰਦੀ ਟੂ ਦਾ ਐਕਸਟ੍ਰੀਮ ਕਰਨੀ ਹੈ, ਬਾਈ ਹੁੱਕ ਔਰ ਬਾਈ ਕਰੋਕ, ਪੰਜਾਬ ਦੇ ਵਿੱਚ ਪਾਵਰ ਹਥਿਆਣ ਦੇ ਲਈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਵੱਲੋਂ 2027 ਵਿੱਚ ਪੰਜਾਬ ਦੇ ਚੋਣ ਮੈਦਾਨ ਨੂੰ ਜਿੱਤਣ ਲਈ ਹਰ ਘਟੀਆ ਹਰਬਾ ਵਰਤਿਆ ਜਾ ਰਿਹਾ। ਇਸ ਬਾਰੇ ਆਪਾਂ ਵੇਰਵੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਹਿੰਦੂ ਤਵੀਆਂ ਦੀ ਤੂਤੀ ਬੋਲ ਰਹੀ ਹੈ। ਉਹਦਾ ਰੀਜ਼ਨ ਕਿ ਬੀਜੇਪੀ ਨਾ ਸਿਰਫ ਸੈਂਟਰ ਦੇ ਵਿੱਚ ਐਬਸੋਲੂਟ ਮੈਜੋਰਿਟੀ ਨਾ ਹੋਣ ਦੇ ਬਾਵਜੂਦ ਜਿਹੜੀ ਹੈ NDA ਦੇ ਥੱਲੇ ਉਸਨੇ ਸਰਕਾਰ ਬਣਾਈ, ਪਰ ਜਿਸ ਅੰਦਾਜ਼ ਦੇ ਵਿੱਚ ਉਸਨੇ ਰੀਜਨਲ ਪਾਰਟੀਆਂ ਦਾ ਖਾਤਮਾ ਕੀਤਾ, ਜਿਹਦੇ ਵਿੱਚ ਬਿਹਾਰ 'ਚ ਨਿਤੀਸ਼ ਕੁਮਾਰ ਦਾ JD ਦਲ ਔਰ ਸ਼ਿਵ ਸੈਨਾ ਮਹਾਰਾਸ਼ਟਰ 'ਚ, ਪੰਜਾਬ 'ਚ ਅਕਾਲੀ ਦਲ ਔਰ ਲੇਟੈਸਟ ਬੰਗਾਲ ਦੇ ਵਿੱਚ ਨਾ ਸਿਰਫ ਮਮਤਾ ਬੈਨਰਜੀ ਦੀ ਪਾਰਟੀ ਤੋਂ 15 ਸਾਲ ਬਾਅਦ ਹਕੂਮਤ ਖੋਈ, ਅੱਜ ਹਾਲ ਇਹ ਹੈ ਕਿ ਉਸ ਦੇ ਈਵਨ ਮੈਂਬਰ ਪਾਰਲੀਮੈਂਟ ਵੀ ਵੱਡਾ ਬਲਾਕ 20-25 ਮਮਤਾ ਬੈਨਰਜੀ ਦੇ ਅੱਡ ਗਰੁੱਪ ਬਣਾ ਕੇ ਉਹ NDO ਨੂੰ ਮੋਦੀ ਦੇ ਨਾਲ ਲੱਗੇ ਹੋਏ ਨੇ। ਔਰ ਵਿਦਨ ਪਾਰਟੀ ਦੇ ਐਂ ਲੱਗਦਾ ਕਿ ਵੀ ਜਿਵੇਂ ਮਮਤਾ ਬੈਨਰਜੀ ਦੀ ਪਾਰਟੀ ਨੂੰ ਬਿਲਕੁਲ ਖੋਖਲਾ ਕਰਕੇ ਉਹਦੇ ਘਰ ਦੇ ਉੱਤੇ ਕੋਈ ED ਦਾ ਰੇਡ ਹੈ, ਕੋਈ ਹੋਰ ਦੇ ਥੱਲੇ ਬਾਕੀ ਵੀ ਜਿਹੜੇ ਲੀਡਰ ਨੇ ਉਹਨਾਂ ਨੂੰ ਫੜ ਕੇ ਜਿਹੜਾ ਹੈ ਉਹ BJP 'ਚ ਜੁਆਇਨ ਕਰਵਾ ਰਹੇ ਨੇ, ਉਹਨਾਂ ਨੂੰ ਪੂਰੀ ਗੁੰਡਾਗਰਦੀ ਦਾ ਸਹਾਰਾ ਲੈ ਕੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਵੇਂ ਬਿਹਾਰ ਦੇ ਵਿੱਚ ਨਿਤੀਸ਼ ਕੁਮਾਰ ਨੂੰ ਨਿਕੰਮਾ ਕਰਕੇ ਬਾਅਦ ਦੇ ਵਿੱਚ ਹੁਣ ਚੀਫ ਮਿਨਿਸਟਰ ਵੀ ਉਹਨਾਂ ਨੇ BJP ਨੇ ਆਪਣਾ ਬਣਾਇਆ, ਔਰ ਮਮਤਾ ਬੈਨਰਜੀ ਜਿਹੜੀ ਹੈ ਉਹ ਬਿਲਕੁਲ ਉਸ ਨੂੰ ਤਾਂ ਉਹ ਦਰਵਾਜ਼ੇ ਦਾ ਦੂਸਰਾ ਸਿਰਾ ਦਿਖਾਉਣਾ ਚਾਹੁੰਦੇ ਨੇ ਤਾਂ ਕਿ ਕਿਤੇ ਵਾਪਸ ਜਿਹੜੀਆਂ ਆਉਣ ਵਾਲੇ ਪੀਰੀਅਡ ਦੇ ਵਿੱਚ ਉਹਦੀ ਰਿਵਾਈਵਲ ਨਾ ਹੋਏ। ਹੁਣ ਪੰਜਾਬ, ਜਿਹਦੇ ਬਾਰੇ ਅਮਿਤ ਸ਼ਾਹ ਨੇ ਕੁਛ ਅਰਸਾ ਪਹਿਲਾਂ ਪੱਤਰਕਾਰ ਦੇ ਜਵਾਬ ਦੇ ਵਿੱਚ ਕਿਹਾ ਸੀ, ਜਦੋਂ ਅਸੀਂ 2-3 ਉਸ ਦੇ ਅੱਡ ਕਾਮੈਂਟ ਦੇਖਦੇ ਤਾਂ ਉਸ ਤੋਂ ਸਾਨੂੰ ਅੰਦਾਜ਼ਾ ਹੋ ਜਾਂਦਾ ਵੀ ਜਦੋਂ ਪੰਜਾਬ ਵੱਲ ਦੇਖਦੇ ਨੇ ਤਾਂ ਉਸ ਨੂੰ ਕਿਵੇਂ ਸਿੱਖ ਪ੍ਰਭਾਵ ਤੋਂ ਮੁਕਤ ਕਰਨਾ, ਉਹਨੂੰ ਹਿੰਦੂਤਵਾ ਦੇ ਖਾਤੇ 'ਚ ਪਾਉਣਾ। ਉਸ ਤੋਂ ਅਸੀਂ ਅਮਿਤ ਸ਼ਾਹ ਦਾ ਉਹ ਜੁਮਲਾ ਜਿਹੜਾ ਮੈਂ ਅੱਗੇ ਵੀ ਦੁਹਰਾਇਆ, ਜਦੋਂ ਉਹਨੂੰ ਪੁੱਛਿਆ ਕਿ ਕੀ
2027 ਦੇ ਵਿੱਚ ਬੀਜੇਪੀ ਪੰਜਾਬ ਦੇ ਵਿੱਚ ਸਰਕਾਰ बनाएगी तो उसने कहा ਸੀ कि सृष्टि को ब्रह्मा ने बनाया है और इस सृष्टि को बनाने वाला ब्रह्मा भी नहीं जानता कि पंजाब में क्या होने वाला है। सो इस तो एक अंदाज़ा लगता सी कि भी ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਇੰਨੇ ਤੌਰ ਤਰੀਕੇ ਵਰਤੇ ਨੇ, ਪੰਜਾਬ ਅਜੇ ਸਾਡੇ ਪੈਰਾਂ ਥੱਲੇ ਆਇਆ ਨਹੀਂ ਹੈ। ਫਿਰ ਜਦੋਂ ਪਾਰਲੀਮੈਂਟ ਦੇ ਵਿੱਚ ਖਲੋ ਕੇ ਉਹਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਜ਼ਿਕਰ ਕਰਦਿਆਂ ਕਿਹਾ ਕਿ ਜੋ भिंडरावाले बनने की कोशिश कर रहा था अब डिब्रूगढ़ में बैठा पाठ कर रहा है। सो ਉਹਦਾ ਇਹ ਸ਼ੋਅ ਕਰਨਾ ਵੀ ਸੀ ਕਿ ਵੀ ਇਹ ਜਦੋਂ ਤੱਕ ਪਿੰਡਾਂ ਵਾਲਿਆਂ ਦੀ ਸੋਚ ਨੂੰ ਅਸੀਂ ਮਾਰ ਨਹੀਂ ਲੈਂਦੇ ਪੰਜਾਬ 'ਚੋਂ, ਜਿਹੜੀ ਜ਼ਾਹਰ ਹੈ ਖਾਲਿਸਤਾਨ ਦੀ ਸੋਚ ਹੈ ਜੂਨ 84 ਤੋਂ ਬਾਅਦ, ਔਰ ਇਹ ਵੀ ਦੱਸਣਾ ਸੀ ਵੀ ਤੁਹਾਡਾ ਭਾਵੇਂ 2 ਲੱਖ ਵੋਟਾਂ ਨਾਲ ਜਿੱਤਿਆ MP ਵੀ ਹੈ, ਅਸੀਂ ਉਹਨੂੰ ਉਹ ਮੁਲਕ ਦੇ ਦੂਸਰੇ ਸਿਰੇ 'ਚ ਬਿਠਾ ਕੇ ਪਾਠ ਕਰ ਰਿਹਾ ਦਾ ਮਤਲਬ ਸੀ ਇਹ ਉਹੀ ਹੈ ਜਿਵੇਂ ਜੂਨ 84 ਦੇ ਘੱਲੂਘਾਰੇ ਵੇਲੇ ਕਹਿੰਦੇ ਸੀ ਕਿ ਜੀ ਯਾਦ ਕਰੇਗਾ ਖਾਲਸਾ, ਇਹ ਪੜ੍ਹਦੇ ਤਾਂ ਹੁੰਦੇ ਸੀ ਰਾਜ ਕਰੇਗਾ ਖਾਲਸਾ। ਹੁਣ ਇਸ ਸਾਰੇ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਵੀ ਉਹਨਾਂ ਦੀ ਸਟ੍ਰੈਟਜੀ ਦਾ ਜੇ ਕੁੱਲ ਮਿਲਾ ਕੇ ਦੇਖਣਾ ਹੋਏ ਕਿ ਕਿਵੇਂ ਉਹਨਾਂ ਨੇ ਇਹ ਦੇਖਿਆ ਕਿ ਭਾਈ ਜੇ ਪੰਜਾਬ ਦੇ ਵਿੱਚ ਤੁਸੀਂ ਸਰਕਾਰ ਬਣਾਉਣੀ ਹੈ ਜਾਂ ਪੇਂਡੂ ਸਿੱਖਾਂ ਨੂੰ ਭ੍ਰਮਿਤ ਕਰਨਾ ਹੈ ਤਾਂ ਫਿਰ ਤੁਹਾਨੂੰ ਸਿੱਖ ਚਿਹਰਾ ਹੀ ਬੀਜੇਪੀ ਦੇ ਜਿਹੜਾ ਉਹ ਪ੍ਰੈਜ਼ੀਡੈਂਟ ਦੇ ਤੌਰ ਤੇ ਲਿਆਉਣਾ ਹੋਏਗਾ। ਹੁਣ ਅਸ਼ਵਨੀ ਕੁਮਾਰ, ਤਰੁਣ ਚੁੱਗ, ਈਵਨ ਸੁਨੀਲ ਜਾਖੜ ਜਿਹੜਾ ਕਾਂਗਰਸ ਪਾਰਟੀ ਦੀ ਪ੍ਰੈਜ਼ੀਡੈਂਸੀ ਛੱਡ ਕੇ ਬੀਜੇਪੀ ਦਾ ਪ੍ਰੈਜ਼ੀਡੈਂਟ ਬਣਿਆ, ਇਹਨਾਂ ਸਾਰਿਆਂ ਨੂੰ ਪਾਸੇ ਕਰਕੇ ਕੇਵਲ ਢਿੱਲੋਂ ਨਾਂ ਦਾ ਬੰਦਾ ਜਿਹਦੇ ਕੋਲ ਪੈਸਾ ਹੈ, ਜਿਹਦੇ ਨਾਂ ਨਾਲ ਢਿੱਲੋਂ ਲੱਗਾ ਹੋਇਆ ਹੈ, ਜ਼ਾਹਰ ਹੈ ਕਿ ਵੀ ਇਹ ਸ਼ੋਅ ਕਰਨ ਦੇ ਲਈ ਕਿ ਜਿਹੜਾ ਜ਼ਿਮੀਂਦਾਰ ਬੈਕਗਰਾਊਂਡ ਵਾਲੇ ਨੇ ਉਹਨਾਂ ਨੇ ਕਿਉਂਕਿ ਅੱਜ ਦੇ ਪ੍ਰੋਗਰਾਮ 'ਚ ਵੀ ਅੱਜ ਦੇ ਆਵਾਜ਼ 'ਚ ਵੀ ਮੈਂ ਕਿਹਾ ਸੀ ਕਿ ਇਹ ਜਿਹਨੂੰ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਨੇ ਅਸਲ ਦੇ ਵਿੱਚ ਇਹ ਜ਼ਾਤ ਪਾਤੀ ਕਾਰਡ ਹੈ ਇਹਨਾਂ ਦਾ। ਹੁਣ ਹਰਿਆਣਾ ਬਣਿਆ ਜਾਂ ਬਣਾਇਆ ਜਾਟਾਂ ਨੇ, ਅੱਜ ਜਾਟ ਕਿੱਥੇ ਨੇ? ਮਨੋਹਰ ਲਾਲ ਖੱਟੜ ਨੇ 2 ਟਰਮਸ ਪੂਰੀਆਂ ਕੀਤੀਆਂ। ਹੁਣ ਨਸੀਬ ਸੈਣੀ ਨਾਂ ਦਾ ਬੰਦਾ ਜਿਹੜਾ ਕਦੇ ਪੱਗ ਬੰਨ੍ਹ ਲੈਂਦਾ ਹੈ, ਕਦੇ ਪੰਜਾਬੀ ਬਣ ਜਾਂਦਾ ਹੈ, ਕਦੇ ਸੈਣੀ ਬਣ ਜਾਂਦਾ ਹੈ, ਕਦੇ ਬੈਕਵਰਡ ਕਲਾਸ ਬਣ ਜਾਂਦਾ ਉਹਦੀ, ਕਿਉਂਕਿ ਉਹਨਾਂ ਨੇ ਦੇਖਿਆ ਵੀ 30-32% ਜਾਟ ਪਾਪੂਲੇਸ਼ਨ ਹੈ, ਇਹਨੂੰ ਪਾਸੇ ਕਰੋ, ਇਹਨਾਂ 'ਚੋਂ ਲੱਭ ਲਓ 1-2 ਜਿਹੜੇ ਗਰੀਡੀ ਕਿਸਮ ਦੇ ਨੇ, ਬਾਕੀ ਜਿਹੜੇ ਤੁਸੀਂ ਸਾਰੇ ਵਰਗ ਨੇ ਉਹਨਾਂ ਨੂੰ ਇਕੱਠੇ ਕਰੋ, ਉਹਨਾਂ ਦੇ ਉੱਤੇ ਫੋਕਸ ਕਰੋ। ਇਹਨੂੰ ਉਹਨਾਂ ਨੇ ਜਿਹੜਾ ਜ਼ਾਤ ਪਾਤੀ ਕਾਰਡ ਖੇਡਦੇ ਨੇ ਉਹਨੂੰ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਨੇ ਔਰ ਉਹਦੇ 'ਚੋਂ ਕਾਮਯਾਬ ਹੋਏ। ਹੁਣ ਪੰਜਾਬ 'ਚ ਦੇਖਦੇ ਨੇ ਕਿ ਵੀ ਜੇ ਜਿਹੜਾ ਜ਼ਿਮੀਂਦਾਰ ਬਲਾਕ ਹੈ, ਜ਼ਿਮੀਂਦਾਰ ਮੈਂ ਉਹਨੂੰ ਕਹਾਂਗਾ ਜਿਹਦੇ ਕੋਲ 1 ਕਿੱਲਾ ਜ਼ਮੀਨ ਵੀ ਹੈ, ਇਹ ਉਹ ਹੈ ਜਿਹੜੇ ਅਕਾਲੀ ਦਲ ਦੀ ਵੀ ਹੱਡੀ ਨੇ, ਬੈਕਬੋਨ ਰਹੇ ਜਿਹੜੇ ਸਿੱਖੀ ਦੇ ਮਾਮਲੇ 'ਚ, ਲਹਿਰਾਂ ਚਲਾਉਣ ਦੇ ਮਾਮਲੇ 'ਚ ਜਿਹੜੀ ਮੂਵਮੈਂਟ ਕਿਸਾਨ ਮੋਰਚਾ ਲੱਗੀ ਜ਼ਾਹਰ ਹੈ ਉਹਦੇ 'ਚ ਜ਼ਮੀਨਾਂ ਨਾਲ ਸੰਬੰਧਿਤ ਹੀ 3 ਕਾਨੂੰਨ ਸੀ ਉਹ ਨੇ। ਅਬ ਉਹਨਾਂ ਦੀ ਗਿਣਤੀ ਕੋਈ 30% ਤੋਂ ਜ਼ਿਆਦਾ ਨਹੀਂ ਹੋਏਗੀ, ਉਹ ਜਾਟਾਂ ਵਾਲੀ ਗੱਲ ਹੀ ਹੈ, ਲੇਕਿਨ ਕਿਉਂਕਿ ਉਹ ਡਰਾਈਵਿੰਗ ਫੋਰਸ ਨੇ, ਹਰ ਪੱਖ ਤੋਂ ਅੱਗੇ ਹੁੰਦੇ ਨੇ, ਪੋਲੀਟੀਕਲੀ ਵੀ ਦੂਜੇ ਵੀ, ਇਹਨਾਂ ਨੂੰ ਇਹ ਲੱਗਦਾ ਵੀ ਇਹਨਾਂ ਨੂੰ ਅਸੀਂ ਜਿਹੜਾ ਹੈ ਉਹ ਬੀਜੇਪੀ ਦੇ ਕਾਡਰ ਦੇ ਵਿੱਚ ਇਹਦੇ 'ਚੋਂ ਇੱਕ ਤਬਕੇ ਨੂੰ ਲੈ ਆਈਏ, ਜਿਵੇਂ ਕੇਵਲ ਢਿੱਲੋਂ ਜਾਂ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਜਾਂ ਉਸ ਤੋਂ ਪਹਿਲਾਂ ਹਰਜੀਤ ਗਰੇਵਾਲ ਔਰ ਉਹ ਸਾਰੇ ਉਹਨਾਂ ਨੇ ਲਿਆਂਦੇ। ਉਹਨਾਂ ਨੇ ਕਿਹਾ ਵੀ ਬਾਕੀਆਂ ਦੇ ਵਿੱਚ ਐਸੀ ਡਿਵੀਜ਼ਨ ਪੈਦਾ ਕਰੋ ਜਿਹੜੇ 25-30% 'ਚ ਇੱਕ ਤਬਕਾ ਹੈ। ਹੁਣ ਇਸ ਵੇਲੇ ਕਿੰਨੀਆਂ ਧਿਰਾਂ ਨੇ ਉਹਦੇ 'ਚ, ਤੁਸੀਂ ਅਕਾਲੀ ਦਲ ਬਾਦਲ ਦੇਖਦੇ ਹੋ, ਵਾਰਿਸ ਪੰਜਾਬ ਦੇ ਦੇਖਦੇ ਹੋ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇਖਦੇ ਹੋ, ਇੱਕ ਉਹ ਪੁਨਰਜੀਵਤ ਕੇ ਪੁਨਰਮਰਨ ਅਕਾਲੀ ਦਲ ਯਾਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਲੈ ਕੇ ਤੁਰਿਆ ਹੋਇਆ, ਇਹ ਸਾਰੇ ਨੇ ਉਸੇ ਹੀ 25-30% ਦਾ ਹੀ ਉਹਦੇ 'ਚੋਂ ਹੀ ਆਪਣਾ ਚੰਕ ਕੱਢਣਾ ਔਰ ਬਾਕੀ ਇਹਨਾਂ ਨੂੰ ਲੱਗਦਾ ਹੈ ਕਿ ਵੀ ਦਲਿਤ ਵੋਟਰ 33-34% ਹੈ ਪੰਜਾਬ 'ਚ। ਮੋਦੀ ਆਲ ਦਾ ਵੇ ਆਉਂਦਾ ਆ ਕੇ ਆਦਮਪੁਰ ਏਅਰਪੋਰਟ ਦਾ ਨਾਂ ਸਤਿਗੁਰੂ ਰਵਿਦਾਸ ਜੀ ਔਰ ਰਾਪੁਰ ਬੱਲਾਂ ਪਹੁੰਚ ਜਾਂਦਾ ਕਿਉਂਕਿ ਦੁਆਬੇ ਦੇ ਵਿੱਚ ਤਾਂ ਇਹ ਪਾਪੂਲੇਸ਼ਨ 46% ਦੇ ਨੇੜੇ ਹੋਏਗੀ। ਹੁਣ ਹਰਿਆਣੇ ਦਾ ਚੀਫ ਮਿਨਿਸਟਰ ਜਿਹਨੂੰ ਆਲਮੋਸਟ ਐਜ਼ ਏ ਫੇਸ ਇਹ ਯੂਜ਼ ਕਰ ਰਹੇ ਨੇ ਬੈਕਵਰਡ ਕਲਾਸਿਸ ਨੂੰ ਔਰ ਦੂਜਿਆਂ ਨੂੰ, ਉਹ ਉੱਥੇ ਪਹੁੰਚ ਜਾਂਦਾ ਬਿਆਸ, ਗੁਰਿੰਦਰ ਢਿੱਲੋਂ, ਰਾਧਾ ਸੁਆਮੀ, ਉਹਨਾਂ ਦੀਆਂ ਉਧਰੋਂ ਸੌਦਾ ਸਾਹਿਬ ਨੂੰ ਪੈਰੋਲ ਦੇ ਕੇ ਛੱਡ ਦਿੱਤਾ ਜਾਂਦਾ ਹੈ, ਉਹਨੂੰ ਜਾ ਕੇ ਕੰਗਣਾ ਰਣੌਤ ਵੀ ਬੈਠੀ ਆ ਉਹਦੇ ਕੋਲ, ਜਿਹੜਾ ਰਾਘਵ ਚੱਢਾ ਆਮ ਆਦਮੀ ਪਾਰਟੀ 'ਚੋਂ ਨਿਕਲ ਕੇ ਗਿਆ ਉਹ ਜਾ ਕੇ ਆਪਣੀ ਘਰ ਵਾਲੀ ਨੂੰ ਲੈ ਕੇ ਉਹਦੇ ਤੋਂ ਆਸ਼ੀਰਵਾਦ ਲੈਣ ਗਿਆ ਵੀ ਬੱਚਾ ਜੰਮੇ। ਹੁਣ ਜਦੋਂ ਤੁਸੀਂ ਇਸ ਸਾਰੇ ਨੂੰ ਦੇਖਦੇ ਹੋ ਤਾਂ ਤੁਹਾਨੂੰ ਇਹ ਸਮਝ ਆ ਜਾਂਦਾ ਹੈ ਕਿ ਬਈ ਇਹ ਕਿੰਨੀ
ਡਰਟੀ ਗੇਮ ਹੈ, ਸੋਸ਼ਲ ਇੰਜੀਨੀਅਰਿੰਗ ਨਹੀਂ ਹੈ। ਬਿਲਕੁਲ ਇਹ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਜਿੱਥੇ ਇੱਕ ਬਿਨਾਂ ਇਸ ਊਚ ਨੀਚ, ਠੀਕ ਹੈ ਸਮਾਜਿਕ ਤੌਰ ਦੇ ਉੱਤੇ ਵਿਤਕਰੇ ਨੇ, ਲੇਕਿਨ ਪੰਜਾਬ ਇੱਕੋ ਆਈਡੀਅਲ ਸਟੇਟ, ਤੁਸੀਂ ਕੰਪੈਰੀਜ਼ਨ ਕਰੋ ਬਿਹਾਰ ਤੋਂ ਲੈ ਕੇ ਬੰਗਾਲ ਔਰ ਤਮਿਲਨਾਡੂ ਤੱਕ ਵੀ ਕਿਸ ਫਾਰਮ ਦੇ ਵਿੱਚ ਜ਼ਾਤ ਪਾਤੀ ਸਿਸਟਮ ਹੈ। ਸੋ ਉਸ ਲਿਹਾਜ਼ ਦੇ ਨਾਲ ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਵੀ ਬਿਲਕੁਲ ਗੁਰੂ ਆਸ਼ੇ ਅਨੁਸਾਰ ਹੈ, ਉਸ ਕਿਸਮ ਦੀ ਮਾਨਸਿਕਤਾ ਨਹੀਂ ਹੋਣੀ ਚਾਹੀਦੀ, ਲੇਕਿਨ ਜਿਸ ਲੈਵਲ ਦੇ ਉੱਤੇ ਬੀਜੇਪੀ ਜਾ ਕੇ ਔਰ ਉਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਨਿਤਨ ਨਬੀਨ, ਇਹ ਆ ਰਿਹਾ ਹੈ 19-20 ਜੂਨ ਨੂੰ ਕਿ ਜੀ 21 ਜੂਨ ਨੂੰ ਜਿਹੜਾ ਇੰਟਰਨੈਸ਼ਨਲ ਯੋਗਾ ਡੇ ਹੈ, ਉਹ ਜਿਹੜਾ ਇਹ ਨਿਤਨ ਨੈਬਨ ਹੈ ਇਹ ਪੰਜਾਬ ਦੇ ਵਿੱਚ ਮਨਾਏਗਾ। ਸੋ ਕੁੱਲ ਮਿਲਾ ਕੇ ਇਸ ਵੇਲੇ ਉਹਨਾਂ ਨੇ ਪੰਜਾਬ 'ਚ ਨਾ ਪੈਸਾ ਵੀ ਜਿਹੜਾ ਉਹ ਸੁੱਟਿਆ। ਆਮ ਆਦਮੀ ਪਾਰਟੀ ਆਲਰੇਡੀ RSS ਦੀ B ਟੀਮ ਹੈ, ਸੋ ਜ਼ਾਹਰ ਹੈ ਵੀ ਉਹਨਾਂ ਤੋਂ ਜੇ ਹਜ਼ਾਰ ਰੁਪਇਆ ਹੁਣ ਔਰਤਾਂ ਨੂੰ ਵੀ ਦਿੱਤਾ, ਦੂਜਾ ਵੀ ਅਲਟੀਮੇਟਲੀ ਇਹਨਾਂ ਤੋਂ ਉਹਨਾਂ ਨੇ ਜਿਹੜੇ ਦੂਜਾ ਸੈਕਸ਼ਨ ਔਰ ਇੱਕ ਤਬਕਾ ਹਮੇਸ਼ਾ ਅਪਰਚੂਨਿਸਟ ਹੁੰਦਾ ਹੈ, ਪੰਜਾਬ 'ਚ ਵੀ ਹੈ ਸਾਡੇ 'ਚ ਵੀ ਹੈ, ਜਿਹਨੂੰ ਲੱਗਦਾ ਵੀ ਚੜ੍ਹਦਾ ਸੂਰਜ ਕਿਹੜਾ ਉਹਦੇ 'ਚ ਜਾ ਵੜਨਗੇ। ਸੋ ਇੱਕ ਗੱਲ ਜਿਹੜੀ ਬੀਜੇਪੀ ਨੂੰ ਜਿਹੜਾ ਅਕਾਲੀਆਂ ਦੇ ਨਾਲ ਅਲਾਇੰਸ ਹੁੰਦਾ ਸੀ, ਮੈਕਸਿਮਮ 23 ਸੀਟਾਂ ਪੰਜਾਬ ਦੀਆਂ ਐਸੀਆਂ ਨੇ, 18 ਜਾਂ 19 ਨੇ, ਪਰ ਬੀਜੇਪੀ ਲਈ 23 ਛੱਡਦੇ ਸੀ ਜਿਹਦੇ 'ਚ ਹਿੰਦੂ ਮੈਜੋਰਿਟੀ ਹੈ, ਬਾਕੀ ਸਿੱਖ ਮੈਜੋਰਿਟੀ ਸੀਟਾਂ ਨੇ। ਪਰ ਐਤਕੀ ਉਹਨਾਂ ਨੇ 117 ਤੋਂ ਵੀ ਲੜਨਾ ਹੈ ਸਾਰੀਆਂ ਚੋਣਾਂ। ਔਰ ਦੂਜਾ, ਔਰ ਇਸ ਦੇ ਬਾਵਜੂਦ ਕਿ ਹੁਣ ਤੱਕ ਉਹਨਾਂ ਨੇ ਬਾਦਲ ਨੂੰ, ਸੁਖਬੀਰ ਬਾਦਲ ਜਾਂ ਦੂਜਿਆਂ ਨੂੰ ਘਾਹ ਨਹੀਂ ਸੀ ਪਾਇਆ ਹੋਇਆ, ਜਾਂ ਬਿਕਰਮ ਮਜੀਠੀਆ ਦੇ ਅਗੇਂਸਟ ਜਾਂ ਦੂਜੇ ਤੀਜੇ ਜੋ ਚੱਲ ਰਿਹਾ ਸੀ, ਹੁਣ ਆਲ ਆਫ ਏ ਸਡਨ ਮੋਦੀ ਨੇ ਜਿਹੜਾ ਹੈ ਜੀ ਉਹਨੇ ਉਹ ਦਿਨ ਪੂਰੇ ਕਰ ਲਏ ਨੇ। ਨਹਿਰੂ ਨਾਲੋਂ ਵੀ ਜ਼ਿਆਦਾ ਲੰਬਾ ਵਕਤ ਉਹ ਪ੍ਰਾਈਮ ਮਿਨਿਸਟਰ ਹੈ ਔਰ ਵਧਾਈਆਂ ਦੇ ਰਹੇ ਨੇ ਜੀ, ਟਰੰਪ ਨੇ ਵੀ ਦਿੱਤੀ, ਫਲਾਣੇ ਨੇ ਵੀ ਦਿੱਤੀ। ਔਰ ਉਹਦੇ 'ਚ NDA ਨੇ ਰੈਜ਼ੋਲੂਸ਼ਨ ਕੀਤਾ ਕਿ 7 ਲੀਡਿੰਗ ਲਾਈਟਸ ਕੋਲੀਸ਼ਨ ਦੀਆਂ ਜਿਨ੍ਹਾਂ ਨੇ ਅੱਜ ਬੀਜੇਪੀ ਨੂੰ ਇਸ ਲੈਵਲ ਤੱਕ ਪਹੁੰਚਾਇਆ, ਉਹਦੇ 'ਚ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਵੀ, ਅਟਲ ਬਿਹਾਰੀ ਵਾਜਪਾਈ, ਬਾਦਲ, ਬਾਲਾ ਸਾਹਿਬ। ਔਰ ਉਹਦੇ 'ਤੇ ਮੀਡੀਆ ਨੇ ਇੱਕਦਮ ਕਿਹਾ ਔਰ ਉਹਨਾਂ ਦਾ ਬੀਜੇਪੀ ਦੀ ਟੀਮ ਵੀ ਇਹ ਕਹਿ ਰਹੀ ਹੈ ਕਿ ਭਾਈ ਕੋਈ ਜ਼ਰੂਰੀ, ਪੰਜਾਬ ਨਿਊਜ਼, BJP SAD ਪੈਕਟ ਨਾਟ ਕਲੋਜ਼ ਚੈਪਟਰ। ਸੋ ਬੀਜੇਪੀ ਨੂੰ ਇਹ ਲੱਗਦਾ ਕਿ ਵੀ ਜੇ ਇਸ ਸਭ ਦੇ ਬਾਵਜੂਦ ਵੀ ਨੇੜੇ ਤੱਕ ਪਹੁੰਚਦੇ ਆ, ਅਜੇ 8-9 ਮਹੀਨੇ ਨੇ, ਉਹਨਾਂ ਨੂੰ ਲੱਗਾ ਕਿ ਆਪਣੇ ਬਲਬੂਤੇ ਸ਼ਾਇਦ ਉਹ ਜਿਹੜਾ ਕੋਈ ਬਹੁਤ ਕੁਛ ਨਾ ਕਰ ਸਕਣ, ਤਾਂ ਬਾਦਲ ਕਿਹਾ ਨਾ, ਉਹ ਤਾਂ ਉਹਨਾਂ ਦੇ ਜਾਣੇ ਪਛਾਣੇ ਯਾਰ ਔਰ ਦੋਸਤ ਨੇ। ਔਰ ਇਹ ਸਾਰੇ ਦੇ ਚੱਲਦੇ ਆ ਜਿਸ ਅੰਦਾਜ਼ ਦੇ ਵਿੱਚ ਮਹਾਰਾਸ਼ਟਰ ਦਾ, ਜਿੱਥੇ BJP ਦੀ ਗਵਰਨਮੈਂਟ ਹੈ, ਉਹਨਾਂ ਦਾ ਇੱਕ ਵਜ਼ੀਰ ਜਿਹੜਾ ਉਹ ਚੌਂਕ ਮਹਿਤੇ ਘੱਲੂਘਾਰੇ ਦੇ ਸਮਾਗਮ ਦੇ ਮੌਕੇ ਆਉਂਦਾ ਹੈ, ਉਸ ਦਾ ਸਵਾਗਤ ਨਾਲ ਧਾਮੀ ਖੜਾ ਹੈ, ਨਾਲ ਦੂਸਰੇ ਨੇ। ਤੁਸੀਂ ਕੁਛ ਵੀ ਇਸ ਵੇਲੇ ਰੂਲ ਆਊਟ ਨਹੀਂ ਕਰ ਸਕਦੇ। ਉਹਨਾਂ ਨੇ ਤੁਹਾਡੀਆਂ ਅੰਦਰੂਨੀ ਸਫਾਂ ਦੇ ਵਿੱਚ ਘੁਸਪੈਠ ਕੀਤੀ ਹੋਈ ਹੈ, ਵਿਕਾਊ ਲੋਕ ਤਿਆਰ ਬੈਠੇ ਨੇ ਕਿਤੇ ਵੀ ਆਉਣ ਜਾਣ ਨੂੰ। ਲੇਕਿਨ ਅਸੀਂ ਫਿਰ ਵੀ ਇਹ ਹੋਪ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਆਪਣਾ ਜਿਹੜਾ ਹਿੰਦੂਤਵਾ ਦਾ ਰੱਥ ਹਰ ਵਾਰ ਪੰਜਾਬ ਦੇ ਲੋਕਾਂ ਨੇ ਰੋਕਿਆ, ਇਹ ਵੱਖਰੀ ਕਹਾਣੀ ਹੈ ਕਿ ਉਹਨੂੰ ਰੋਕਦੇ ਆਮ ਆਦਮੀ ਪਾਰਟੀ RSS ਦੀ B ਟੀਮ ਨੂੰ ਲਿਆਏ। ਹੁਣ ਉਸ ਕਿਸਮ ਦੀ ਖੇਡ ਜਿਹੜੀ ਆ ਉਹ ਕਾਕਰੋਚ ਜਨਤਾ ਪਾਰਟੀ ਰਾਹੀਂ ਕਰਵਾਉਣ ਦੀ ਵੀ ਲਾਈਨ ਹੋਏਗੀ, ਇੱਕ ਤਬਕਾ ਉੱਧਰ ਨੂੰ ਵੀ ਚੜ੍ਹਿਆ ਹੋਇਆ। ਔਰ ਇਸ ਸਭ ਦੇ ਬਾਵਜੂਦ ਅਸੀਂ ਹੋਪ ਕਰਦੇ ਹਾਂ, ਇੱਕ ਪਾਰਟ ਮੈਂ ਕਨਕਲੂਜਨ ਦੇ ਵਿੱਚ ਜ਼ਰੂਰ ਕਹਾਂ ਕਿ ਭਾਈ ਇਹਨਾਂ ਨੇ ਪੰਜਾਬ 'ਚ ਇਹ ਖੇਡਾਂ ਤਾਂ ਖੇਡਣੀਆਂ ਹੀ ਨੇ, ਪਰ ਇਹਦੇ ਨਾਲ ਜਿਹੜੇ ਡਾਇਸਪੋਰਾ ਸਿੱਖ ਨੇ ਉਹਨਾਂ ਦੀਆਂ ਵੋਟਾਂ ਕੱਟਣੀਆਂ ਨੇ। ਔਰ ਅਸੀਂ ਜਿਹੜੇ ਲੋਕ ਆ ਜਾ ਸਕਦੇ ਨੇ ਪੰਜਾਬ 'ਚ, ਆਉਂਦੇ ਜਾਂਦੇ ਨੇ ਕਾਮਨਰ ਲੋਕ, ਉਹ ਯਕੀਨੀ ਬਣਾਓ ਕਿ ਜਦੋਂ ਹੁਣ ਇਹਨਾਂ ਨੇ SIR ਪ੍ਰੋਸੈਸ ਪੰਜਾਬ 'ਚ ਕਰਨੀ ਹੈ, ਜਾ ਕੇ ਆਪਣੀਆਂ ਵੋਟਾਂ ਜਿਹੜੀਆਂ ਨੇ ਉਹਨੂੰ ਬਣਾਓ ਵੋਟਾਂ ਨੂੰ। ਔਰ ਕਿਉਂਕਿ ਗੱਲ ਕੱਲੀ ਇਹ ਨਹੀਂ ਹੈਗੇ ਜੋ ਕਹਿਣ ਜੀ ਚਲੋ ਨਹੀਂ ਅਸੀਂ ਪਾਰਟਿਸਿਪੇਟ ਕਰਦੇ, ਕੱਲ੍ਹ ਨੂੰ ਤੁਸੀਂ ਆਪਣੀ, ਜੇ ਤੁਹਾਡੇ ਕੋਲ ਵੋਟਿੰਗ ਕਾਰਡ ਨਹੀਂ ਹੋਏਗਾ, ਤੁਸੀਂ ਆਪਣੀ ਜ਼ਮੀਨ ਜਾਇਦਾਦ ਆਪਣੇ ਬੱਚੇ ਬੱਚੀਆਂ ਦੇ ਨਾਮ ਵੀ ਟਰਾਂਸਫਰ ਨਹੀਂ ਕਰ ਸਕਦੇ। ਇਸ ਕਿਸਮ ਦਾ ਪਾਰਟ। ਔਰ ਫਿਰ ਇਹ ਜਿਹੜੇ ਭਈਏ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੀਆਂ ਵੋਟਾਂ ਬਣਾਉਣਗੇ। ਸੋ ਇਹ ਖੇਡ ਉਹਨਾਂ ਨੇ ਗੁੰਡਾਗਰਦੀ ਟੂ ਦਾ ਐਕਸਟ੍ਰੀਮ ਕਰਨੀ ਹੈ, ਬਾਈ ਹੁੱਕ ਔਰ ਬਾਈ ਕਰੁਕ, ਪੰਜਾਬ ਦੇ ਵਿੱਚ ਪਾਵਰ ਹਥਿਆਣ ਦੇ ਲਈ। ਲੇਕਿਨ ਜੇ ਪੰਜਾਬੀ ਜਾਂ ਸਿੱਖ ਕੌਮ, ਖਾਸ ਤੌਰ 'ਤੇ ਸਾਡਾ ਪੇਂਡੂ ਭਾਈਚਾਰਾ ਜਿਹੜਾ ਹੈ, ਉਹ ਇਹ ਸਾਰੀ ਖੇਡ ਨੂੰ ਸਮਝੇ। ਇਹ ਸਾਰੇ ਜਿਹੜੇ ਚਿਹਰੇ ਲਿਆਉਂਦੇ ਨੇ ਇਹਨਾਂ ਨੇ, ਕੋਈ HS ਫੂਲਕਾ ਲੈ ਆਉਂਦਾ ਹੈ, ਕੋਈ ਕੇਵਲ ਢਿੱਲੋਂ ਲੈ ਆਉਂਦਾ, ਕੋਈ ਅਮਰਿੰਦਰ ਲੈ ਆਉਂਦਾ, ਇਹਨਾਂ ਸਾਰਿਆਂ ਦੇ ਮੂੰਹ ਦੇ ਉੱਤੇ ਕਾਲਖ ਮਲੀ ਜਾਏਗੀ। ਔਰ ਇਹਨਾਂ ਨੂੰ ਕੋਈ ਜਿਹੜਾ ਉਹ ਬੇਰਾਂ ਦੇ ਵੱਟੇ ਵੀ ਨਾ ਪੁੱਛੇ, ਤੇ ਫਿਰ ਜਿਹੜਾ ਅਸੀਂ
ਔਰ ਇਹ ਜਦੋਂ ਅਸੀਂ ਘੱਲੂਘਾਰਾ 84 ਦੀ ਸੈਲੀਬ੍ਰੇਸ਼ਨ ਕਮੈਮੋਰੇਸ਼ਨ ਦੀ ਗੱਲ ਕਰਦੇ ਹਾਂ ਤੇ ਜਵਾਬ ਤਾਂ ਖਾਲਿਸਤਾਨ ਦੀ ਕਾਇਮੀ ਹੈ। ਤੇ ਜੇ ਇਸ RSS ਦੀ B ਟੀਮ ਤੋਂ ਵਾਪਸ ਜਿਹੜਾ ਉਹ ਸਿੱਧਾ ਹਿੰਦੂ ਤਵੀਆਂ ਦੇ ਖਾਤੇ 'ਚ ਜਾਣਾ, ਫਿਰ ਸਾਡੀ ਗੁਲਾਮੀ ਬਹੁਤ ਲੰਬੇ ਵਕਤ ਤੱਕ ਜਿਹੜੀ ਹੈ ਉਹ ਜਾਰੀ ਰਹੇਗੀ। ਪਰ ਮੈਨੂੰ ਹੋਪ ਹੈ, ਆਸ ਹੈ ਕਿ ਪੰਜਾਬ ਇਹਨਾਂ ਦਾ ਮੂੰਹ ਭੰਨੇਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋ ਸਾਡੇ ਕੋਲ ਪਹਿਲੇ ਵਿਊਅਰ ਨੇ ਸੋਨਮਾਲ ਜੀ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ ਪੰਜਾਬ ਜੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਟੋਨੀ ਢੀਂਡਸਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਮੁਹੰਮਦ ਜਾਕੂਬ ਜੀ ਜਿਹੜੇ ਕਹਿੰਦੇ ਬੜੀ ਗੱਲ ਹੈ, वेलकम बैक डॉक्टर साहब और मिस नीलम, क्या आप बता सकते हैं, बताना पसंद करेंगे कि आज़ाद कश्मीर में क्या हो रहा है और क्यों हो रहा है? और वो ਅਸੀਂ ਗੱਲ ਕਰ ਰਹੇ ਹਾਂ। ਹਾਂਜੀ, ਤੁਸੀਂ ਦੇਖ ਹੀ ਲਿਆ ਹੋਵੇਗਾ, ਅਸੀਂ ਫੁੱਲ ਸੈਗਮੈਂਟ ਇਹਦੇ ਤੇ ਕੀਤਾ ਹੈ। ਬਿਲਕੁਲ। ਫਿਰ ਇਸ ਤਰ੍ਹਾਂ ਖੁਸ਼ ਕੇ ਜਿਹੜੇ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਕਹਿੰਦੇ ਆਲਵੇਜ਼ ਗ੍ਰੇਟ ਪ੍ਰੋਗਰਾਮ, ਰਿਮਾਰਕੇਬਲ ਐਨਾਲਿਸਿਸ, ਰੀਅਲੀ ਸੱਚ ਪ੍ਰੋਗਰਾਮ, ਏ ਜੀਨੀਅਸ ਟੀਮ ਆਫ TV84। ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਭਾਈ ਸਾਹਿਬ। ਸਤਿੰਦਰ ਸਿੰਘ ਜੀ ਵੀ ਜਿਹੜੇ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਕਸ਼ਮੀਰ ਲੈਂਡ ਜਿਹੜੇ ਨੇ, ਡਾਕਟਰ ਸਾਹਿਬ ਕੈਨ ਯੂ ਸਪੀਕ ਔਨ ਇਨੋਸੈਂਟ ਕਿਲਿੰਗ ਇਨ ਕਸ਼ਮੀਰ ਫਰੋਮ ਪਾਕਿਸਤਾਨ ਆਰਮੀ, ਓਵਰ 300 ਇਜ਼ ਬੀਇੰਗ ਕਿਲਡ ਐਂਡ 700 ਇੰਜਰਡ। ਦੇਖੋ ਇਹ ਫਿਗਰ ਤਾਂ ਥੋੜੀ ਬਹੁਤ, ਕਿਉਂਕਿ ਉੱਥੇ ਇੰਟਰਨੈਟ ਤੇ ਵੀ ਪਾਬੰਦੀ ਹੈ, ਵੀ ਡੋਂਟ ਨੋ ਵਟ ਇਜ਼ ਹੈਪਨਿੰਗ, ਲੇਕਿਨ ਅਸੀਂ ਆਪਣੀ ਇਸ ਦੇ ਉੱਤੇ ਟੇਕ ਦਿੱਤੀ ਹੈ। ਤੁਸੀਂ ਇਸ ਸੈਗਮੈਂਟ ਨੂੰ ਸੁਣ ਸਕਦੇ ਹੋ। ਬਸਰਾ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਫਿਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਅਜੇ ਪਾਲ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ, ਪ੍ਰਾਊਡ ਆਫ ਯੂ ਸਰ ਕਹਿੰਦੇ ਨੇ। ਔਰ ਫਿਰ ਇਸ ਤਰ੍ਹਾਂ ਸਰਬਜੀਤ ਸਿੰਘ ਜੀ ਧੰਨਵਾਦ, TV84 ਮੀਡੀਆ ਸਲਾਹਕਾਰ ਬੋਰਡ ਜਿਹੜੇ ਕਹਿੰਦੇ ਨੇ। ਔਰ ਇੰਦਰਪ੍ਰੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਕਲਵਿੰਦਰ ਜਿਹੜੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਖਾਲਸਾ ਦੇਸ਼ ਪੰਜਾਬ ਜੀ ਵੀ ਫਤਿਹ। ਔਰ ਬ੍ਰਹਮਲੀਨ ਭਿੰਦਰ ਬ੍ਰਹਮਬੀਰ ਜਿਹੜੇ ਨੇ, ਕੁਲਾਰ ਜਿਹੜੇ ਨੇ ਉਹ ਵੀ ਫਤਿਹ। ਔਰ ਅਬਦੁਲ ਰਹੀਮ ਜ਼ਾਹਿਦ ਜਿਹੜੇ ਨੇ ਉਹ ਕਹਿੰਦੇ ਸੱਚੋ ਸੱਚ ਪ੍ਰੋਗਰਾਮ ਇਜ਼ ਵੈਰੀ ਗੁੱਡ ਪ੍ਰੋਗਰਾਮ, ਆਮ ਵਾਚਿੰਗ ਦਿਸ ਪ੍ਰੋਗਰਾਮ ਲਾਸਟ 5 years, ਗੋਡ ਬਲੈਸ ਬੋਥ ਆਫ ਯੂ। ਥੈਂਕ ਯੂ ਸੋ ਮਚ। ਔਰ ਇਸੇ ਤਰ੍ਹਾਂ ਮਲਟੀ ਜਿਹੜੇ ਨੇ ਉਹ ਵੀ ਰਿਗਾਰਡਸ ਫਰੋਮ ਪੈਲਸਤੀਨ ਕਹਿੰਦੇ ਨੇ। ਔਰ ਬਸਰਾ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। और नासर चौधरी जी खालसा जिंदाबाद। गबरू जी कहते आई वुड लाइक टू reconsider the forming of another land of country where we have Khalsa Raj for further struggle in Punjab. India is very strong due to its population and even countries like USA, UA, UK. All these countries won't let their big trade market go away. ਦੇਖੋ ਸੋਵੀਅਤ ਯੂਨੀਅਨ ਤੋਂ ਤਾਂ ਸਟਰੋਂਗ ਨਹੀਂ ਹੈ। 15 ਟੁਕੜੇ ਉਹਨਾਂ ਦੇ ਹੋਏ ਆ। ਉਹਨਾਂ ਨੇ ਹੁਣ 12-13 ਬਿਲੀਅਨ ਡਾਲਰ ਦਾ ਕਿੰਨੇ ਟਨ ਸੋਨਾ ਵੇਚਿਆ। ਇਕਨੋਮੀ ਉਹਨਾਂ ਦੀ ਬੜਾ ਬੁਰਾ ਹਾਲ ਹੈ, 2-2.5% ਤੋਂ ਜ਼ਿਆਦਾ ਇਨਕਰੀਜ਼ ਨਹੀਂ ਹੈ। ਡਿਸਕੰਟੈਂਟ ਹੈ। ਉਹ ਠੀਕ ਹੈ ਕਿ PR 'ਚੋਂ ਬਹੁਤ ਅੱਗੇ ਨੇ। ਔਰ ਇਸ ਦੇ ਲਈ ਲੱਗਦਾ ਹੈ ਇਹ ਸਾਡਾ ਹੋਮਲੈਂਡ ਹੈ, ਸਾਡੀ ਸਿਵਲਾਈਜੇਸ਼ਨ, ਸਾਡੇ ਗੁਰੂਆਂ ਦੀ ਚਰਨ ਛੋਹ। ਖਾਲਿਸਤਾਨ ਦਰਿਆਏ ਜਮਨਾ ਤੋਂ ਵਾਹਗਾ ਤੱਕ ਹੀ ਬਣੇਗਾ। ਬਾਹਰ ਜਾਂ ਕੋਈ ਹੋਰ ਕਿ ਜੀ ਇੱਧਰ ਆਈਲੈਂਡ ਲੈ ਲਓ, ਉੱਧਰ ਆਈਲੈਂਡ ਲੈ ਲਓ, ਇਵੇਂ ਮੁਲਕ ਨਹੀਂ ਬਣਦੇ ਹੈ। ਇਹੀ ਟੁੱਟੇਗਾ ਔਰ ਤੁਸੀਂ ਦੇਖੋਗੇ ਸਾਡੀਆਂ ਅੱਖਾਂ ਦੇ ਸਾਹਮਣੇ ਟੁੱਟੇਗਾ ਔਰ ਬਹੁਤ ਜਲਦ ਟੁੱਟਣ ਵੱਲ ਵੱਧ ਰਿਹਾ ਹੈ। ਔਰ ਫਿਰ ਰਾਣਾ ਜੀ ਜਿਹੜੇ ਲਵ ਫਰੋਮ ਪਾਕਿਸਤਾਨ ਤੋਂ ਨੇ। ਔਰ ਫਿਰ ਨਾਸਰ ਚੌਧਰੀ ਜੀ ਗਬਰੂ ਜੀ ਨੂੰ ਕਹਿੰਦੇ ਨੇ ਕਿ ਨੋ ਬ੍ਰਦਰ, if a vote for Khalistan independence is held in the UN today, USA, UK and Russia will not oppose it. Maybe they will be absent, only France might oppose it. ਹਾਂ, ਉਹਨਾਂ ਦੇ ਰਾਫੇਲ ਵਿਕ ਰਹੇ ਨੇ, ਪਰ ਇਹ ਜਦੋਂ ਟੁੱਟਦਾ ਹੈ ਸੋਵੀਅਤ ਯੂਨੀਅਨ ਨੂੰ ਟੁੱਟਣ ਤੋਂ ਕੌਣ ਰੋਕ ਸਕਿਆ ਸੀ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲੈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।